ਹੈਲੋ ਮਾਈ ਡੀਅਰ ਸਟੂਡੈਂਟਸ ਆਫ 10th ਕਲਾਸ। ਬੇਟਾ ਜੀ NTSC ਦੀ ਜਿਹੜੀ ਅਗਲੀ ਅਸਾਈਨਮੈਂਟ ਅਸੀਂ ਤੁਹਾਡੇ ਨਾਲ ਡਿਸਕਸ ਕਰਨ ਜਾ ਰਹੇ ਹਾਂ ਚੈਪਟਰ 13 ਦੀ ਵਾਈ ਡੂ ਵੀ ਫਾਲ ਇਲ, ਤੇ ਉਹ ਬਹੁਤ ਹੀ ਇੰਪੋਰਟੈਂਟ ਹੈ। ਠੀਕ ਹੈ ਜੀ, 28/10/2020 ਦੀ ਤੁਹਾਡੀ ਅਸਾਈਨਮੈਂਟ ਹੈ ਔਰ ਇਹਦੇ ਰਿਗਾਰਡਿੰਗ ਆਪਾਂ ਡਿਸਕਸ਼ਨ ਕਰਨ ਜਾ ਰਹੇ ਹਾਂ ਤੁਹਾਡੇ ਨਾਲ। ਤੋ ਲੈਟ ਅਸ ਡਿਸਕਸ। ਸਭ ਤੋਂ ਪਹਿਲੇ ਮੈਂ as such I am Anupreet Arora, working as a science mistress in Government Girls High School ਗਾਂਧੀਨਗਰ ਜਲੰਧਰ। ਔਰ ਡਿਸਕਸ਼ਨਸ ਕਰ ਰਹੇ ਆਪਾਂ ਤੁਹਾਡੇ ਨਾਲ NTSC ਦੀ ਪੇਪਰ ਦੀ, ਜਿਹੜਾ ਕਿ 13 ਦਸੰਬਰ ਨੂੰ ਪੇਪਰ ਹੈ। ਚਲੋ ਜੀ, ਪਹਿਲੇ ਯਾਦ ਕਰਦੇ ਹਾਂ ਕਿ ਮੁੱਢਲੀ ਜਾਣਕਾਰੀ ਇਸ ਚੈਪਟਰ ਬਾਰੇ ਕਿ ਸੈੱਲ ਸਾਡੇ ਜੀਵਨ ਦੀ ਰਚਨਾਤਮਕ ਅਤੇ ਕਾਰਜਾਤਮਕ ਇਕਾਈ ਹੈ। ਵੀ ਕੈਨ ਸੇ ਦੈਟ ਸੈੱਲ ਇਜ਼ ਅ ਸਟਰਕਚਰਲ ਐਂਡ ਫੰਕਸ਼ਨਲ ਯੂਨਿਟ ਆਫ ਆਰ ਲਾਈਫ। ਤੁਹਾਨੂੰ ਪਤਾ ਹੈ ਜੀ, ਸੈੱਲ ਇੱਕ ਸਟਰਕਚਰਲ ਤੇ ਫੰਕਸ਼ਨਲ ਜਿਹੜੀ ਯੂਨਿਟ ਹੈ, ਇਕਾਈ ਹੈ, ਜਿਹੜੀ ਬਹੁਤ ਇੰਪੋਰਟੈਂਟ ਹੈ। ਸੈੱਲ ਵੱਖ-ਵੱਖ ਪ੍ਰਕਾਰ ਦੇ ਰਸਾਇਣਿਕ ਪਦਾਰਥ ਜਿਵੇਂ ਕਿ ਪ੍ਰੋਟੀਨ, ਕਾਰਬੋਹਾਈਡਰੇਟ, ਚਰਬੀ ਜਾਂ ਲਿਪਿਡ ਤੋਂ ਬਣੇ ਹੁੰਦੇ ਹਨ। ਠੀਕ ਹੈ ਜੀ, ਹੁਣ ਅੱਗੇ ਗੱਲ ਕਰਾਂਗੇ ਕਿ ਸਾਡੇ ਅੰਗਾਂ ਅਤੇ ਟਿਸ਼ੂਆਂ ਵਿੱਚ ਬਹੁਤ ਸਾਰੀਆਂ ਕਿਰਿਆਵਾਂ ਹੁੰਦੀਆਂ ਹੈ, ਜਿਵੇਂ ਦਿਲ ਦਾ ਧੜਕਣਾ, ਫੇਫੜੇ ਸਾਹ ਲੈਂਦੇ ਨੇ, ਗੁਰਦੇ ਮੂਤਰ ਬਣਾਉਂਦੇ ਹਨ, ਦਿਮਾਗ ਸੋਚਦਾ ਹੈ। ਠੀਕ ਹੈ, ਆਲ ਜਿਹੜੇ ਪ੍ਰੋਸੈਸਿਸ ਹੋ ਰਹੀਆਂ ਬਾਡੀ 'ਚ, ਬਰੀਥਿੰਗ ਹੋ ਰਹੀ ਹੈ ਜੀ, ਬ੍ਰੇਨ ਜਿਹੜਾ ਥਿੰਕਿੰਗ ਕਰ ਰਿਹਾ, ਹਾਰਟ ਬੀਟਿੰਗ ਕਰ ਰਿਹਾ ਹੈ ਨਾ, ਉਹ ਸਾਰੇ ਬਹੁਤ ਹੀ ਇੰਪੋਰਟੈਂਟ ਹੈ। ਇਹ ਸਾਰੀਆਂ ਕਿਰਿਆਵਾਂ ਆਪਸ ਵਿੱਚ ਸੰਬੰਧਿਤ ਹੈ ਔਰ ਇਹ ਸਾਰੀਆਂ ਇੱਕ ਦੂਜੇ ਦੇ ਨਾਲ ਜਿਹੜੀਆਂ ਹੈ ਉਹ ਸੰਬੰਧਿਤ ਹੈ। ਜਿਹੜੀਆਂ ਸੈੱਲਾਂ ਅਤੇ ਟਿਸ਼ੂਆਂ ਨੂੰ ਕੰਮ ਕਰਨ ਲਈ ਭੋਜਨ ਦੀ ਲੋੜ ਹੁੰਦੀ ਹੈ। ਤੁਹਾਨੂੰ ਪਤਾ ਕਿ ਐਨੀਥਿੰਗ ਮਤਲਬ ਸੈੱਲ ਅਤੇ ਟਿਸ਼ੂ ਨੂੰ ਸਾਨੂੰ ਕਿਹਦੀ ਅਗਰ ਪ੍ਰੋਪਰ ਫੰਕਸ਼ਨਿੰਗ ਕਰਨੀ ਹੈ ਤਾਂ ਉਹਦੀ ਕੀ ਹੈ, ਭੋਜਨ ਦੀ ਲੋੜ ਹੁੰਦੀ ਹੈ। ਜੇਕਰ ਕੋਈ ਵੀ ਕਾਰਕ ਜਿਹੜਾ ਸੈੱਲਾਂ ਅਤੇ ਟਿਸ਼ੂਆਂ ਨੂੰ ਉਚਿਤ ਪ੍ਰਕਾਰ ਦਾ ਕੰਮ ਕਰਨ ਤੋਂ ਰੋਕਦਾ ਹੈ, ਉਹ ਸਰੀਰ ਦੀ ਸਮੁੱਚੀ ਕਿਰਿਆ ਲਈ ਕਮੀ ਦਾ ਕਾਰਨ ਹੋਵੇਗਾ ਅਤੇ ਰੋਗ ਉਤਪੰਨ ਕਰੇਗਾ। ਕਿ ਮਤਲਬ ਕੋਈ ਵੀ ਜਿਹੜਾ ਸਾਡੀ ਪ੍ਰੋਪਰ ਫੰਕਸ਼ਨਿੰਗ ਨੂੰ ਡਿਸਟਰਬ ਕਰਦਾ ਹੈ ਬਾਡੀ ਦੀ ਨੂੰ, ਉਹ ਬੇਸਿਕਲੀ ਵਟ ਇਜ਼ that is the cause of root cause of the disease। ਠੀਕ ਹੈ ਜੀ, ਫੋਰ ਐਗਜ਼ਾਮਪਲ ਜਿੱਦਾਂ ਇਨਫੈਕਸ਼ਨ ਹੋ ਜਾਂਦੀ ਹੈ ਸਾਨੂੰ ਕੋਈ ਵੀ, ਹੈ ਨਾ। ਠੀਕ ਹੈ ਜੀ, ਬੇਸਿਕਲੀ ਬਸ ਆਪਾਂ ਇਹੀ ਕਹਿਣਾ ਹੈ ਕਿ ਜੋ ਸਾਨੂੰ ਸਾਡੀ ਪ੍ਰੋਪਰ ਫੰਕਸ਼ਨਿੰਗ ਨੂੰ ਰੋਕਦਾ ਬੇਟਾ ਜੀ, ਜਿੱਦਾਂ ਕਿ ਅੱਜ ਕੱਲ੍ਹ ਜਿਹੜੀ ਇੱਕ ਬਹੁਤ ਹੀ ਵਾਇਰਸ ਹੈ ਜਿਹਦੇ ਕਰਕੇ ਤੁਹਾਨੂੰ ਘਰਾਂ 'ਚ ਬਹਿਣਾ ਪੈ ਗਿਆ ਹੈ ਨਾ, ਦੈਟ ਇਜ਼ ਬਿਕੋਜ਼ ਉਹਨੇ ਲਾਈਫ ਦੀ ਫੰਕਸ਼ਨਿੰਗ ਨੂੰ ਜਿਹੜਾ ਹੈ ਰੋਕ ਦਿੱਤਾ ਹੈ। ਇਹਦੇ ਲਈ ਬੇਟਾ ਜੀ 5F ਕੀ ਕਰਨਾ ਚਾਹੀਦਾ ਸਾਨੂੰ? ਇਹਨਾਂ ਨੂੰ ਆਪਣੇ ਸਫਾਈ ਅਤੇ ਸਰੀਰ ਰੱਖਿਆ ਰਾਹੀਂ ਬਿਮਾਰੀ ਦੇ ਸੰਚਾਰ ਤੋਂ ਬਚਾਅ ਕਰਨ ਲਈ 5F ਉਹ ਕਹਿੰਦੇ ਕਰਨੇ ਚਾਹੀਦੇ। ਪਹਿਲਾ ਗੱਲ ਤੇ ਫਲੂਇਡ। ਠੀਕ ਹੈ ਜੀ, ਥੋੜੀ ਇੱਥੇ ਪਿਕਚਰ 'ਚ ਕਲੈਰਿਟੀ ਨਹੀਂ ਹੈ ਤਾਂ ਮੈਂ ਲਿਖ ਦਿੰਦੀ ਹਾਂ। ਪ੍ਰੋਟੈਕਟ ਦ ਵਾਟਰ ਸੋਰਸਿਸ, ਟਰੀਟ ਐਂਡ ਸਟੋਰ ਵਾਟਰ ਸੇਫਟੀ। ਠੀਕ ਹੈ ਜੀ, ਮਤਲਬ ਆਪਣੇ ਜਿਹੜੇ ਫਲੂਇਡਸ ਹੈ, ਆਪਣੇ ਵਾਟਰ ਸੋਰਸਿਸ ਹੈ, ਜਿੱਦਾਂ ਕਿ ਤੁਹਾਨੂੰ ਪਤਾ ਹੈ ਡੇਂਗੂ ਮੱਛਰ ਬਹੁਤ ਫੈਲ ਰਿਹਾ, ਉਹ ਕਹਿੰਦੇ ਕਿ ਵਾਟਰ ਦਾ ਪਾਣੀ ਨੂੰ ਇਕੱਠਾ ਨਹੀਂ ਹੋਣ ਦੇਣਾ ਕਿਸੇ ਨਾ ਜਗ੍ਹਾ, ਟੈਂਕੀਆਂ ਨੂੰ ਸਾਫ਼ ਰੱਖੋ, ਮਤਲਬ ਜਿੱਥੇ ਵੀ ਸਟੋਰ ਹੈ ਪਾਣੀ ਉਹਨੂੰ ਵੀ ਸਾਫ਼ ਰੱਖੋ। ਠੀਕ ਹੈ, ਦੈਟ ਇਜ਼ ਜਸਟ ਫਲੂਇਡ। ਉਸ ਤੋਂ ਬਾਅਦ ਜੀ ਫਿੰਗਰਸ ਦੀ ਗੱਲ ਕਰਾਂਗੇ। ਵਾਸ਼ ਹੈਂਡ ਬਿਫੋਰ ਪ੍ਰੀਪੇਅਰਿੰਗ ਐਂਡ ਟੇਕਿੰਗ ਫੂਡ। ਬਾਰ ਤੁਹਾਨੂੰ ਕਰੋਨਾ ਵਾਇਰਸ ਤੋਂ ਬਚਣ ਲਈ ਕੀ ਕਿਹਾ ਜਾ ਰਿਹਾ ਕਿ ਆਪਣੇ ਹੱਥ ਜਿਹੜੇ ਆ ਉਹ ਬਹੁਤ ਅੱਛੀ ਤਰ੍ਹਾਂ ਧੋਵੋ। ਇਹਦਾ ਮਤਲਬ ਦੂਜਾ F ਕੀ ਹੋ ਗਿਆ ਜੀ? ਫਿੰਗਰਸ। ਠੀਕ ਹੈ ਜੀ, ਤੀਜਾ F ਕੀ ਹੈ? ਫਲਾਈਜ਼। ਜਦੋਂ ਵੀ ਕੋਈ ਫੂਡ ਖਾਣਾ ਉਹਨੂੰ ਜੀ ਫਲਾਈਜ਼ ਨੂੰ ਫੂਡ ਨੂੰ ਕਵਰ ਕਰਕੇ ਰੱਖੋ ਤਾਂ ਕਿ ਜਿਹੜਾ ਫਲਾਈਜ਼ ਹੈ ਉਹਦੇ ਤੇ ਨਾ ਬੈਠ ਸਕਣ। ਜਿਹੜਾ ਫੋਰਥ ਤੁਹਾਡੇ ਕੋਲ ਹੈਗਾ F, ਦੈਟ ਇਜ਼ ਫੀਲਡਸ। ਫੀਲਡ ਤੋਂ ਕੀ ਮਤਲਬ ਹੈ ਬੇਟਾ ਜੀ? ਜਿਹੜੀ ਵੀ ਵੈਜੀਟੇਬਲ ਫਰੂਟ ਤੁਸੀਂ ਖਾਣਾ ਹੈ ਉਹਨੂੰ ਸਭ ਤੋਂ ਪਹਿਲੇ ਜਿਹੜਾ ਹੈ ਜੀ ਧੋਵੋ। ਠੀਕ ਹੈ ਜੀ, ਓਪਨ ਦੇ ਵਿੱਚ ਡਿਫਿਕੇਸ਼ਨ ਨਾ ਕਰੋ। ਠੀਕ ਹੈ, ਪ੍ਰੋਪਰ ਡਰੇਨੇਜ ਸਿਸਟਮ ਐਂਡ ਟਰੀਟ ਦਾ ਵਾਟਰ ਸਿਸਟਮ। ਲਾਸਟ ਇਜ਼ ਫਲੱਡਸ ਤੋਂ ਬਚਣ ਲਈ ਕੀ ਕਰੋ ਜੀ? ਪ੍ਰੋਪਰ ਡਰੇਨੇਜ ਸਿਸਟਮ ਤੇ ਟਰੀਟ ਦਾ ਵਾਟਰ। ਠੀਕ ਹੈ ਜੀ, ਹਾਈਜੀਨ ਤੇ ਸੈਨੀਟੇਸ਼ਨ, ਇਹ ਦੋਨੋਂ ਚੀਜ਼ਾਂ ਜਿਹੜੀਆਂ ਹੈ ਉਹ ਮਤਲਬ ਉਹਨਾਂ ਨੂੰ ਪ੍ਰੋਪਰ ਰੱਖੋ ਤਾਂ ਕਿ ਜਿਹੜਾ ਤੁਸੀਂ ਆਪਣੀ ਜਿਹੜੀ ਆਪਣੇ ਆਪ ਨੂੰ ਇਹਨਾਂ ਬਿਮਾਰੀਆਂ ਤੋਂ ਬਚਾ ਸਕੋ ਤੇ ਇੱਕ ਤੰਦਰੁਸਤ ਹੈਲਦੀ ਪਰਸਨ ਐਕਟ ਕਰ ਸਕੋ। ਇੱਥੇ ਕੁਝ ਹੋਰ ਵੀ ਤੁਹਾਡੇ ਨਾਲ ਮੈਂ ਡਿਸਕਸ ਕਰਨਾ ਚਾਹੁੰਦੀ ਹਾਂ ਕਿ ਕੁਝ ਰੋਗ ਬਹੁਤ ਥੋੜੀ ਦੇਰ ਰਹਿੰਦੇ ਹਨ। ਇਹਨਾਂ ਨੂੰ ਆਪਾਂ ਕਹਿੰਦੇ ਅਲਪਕਾਲੀਨ ਰੋਗ। ਦੈਟ ਇਜ਼ ਫॉर ਅ ਵੈਰੀ ਸਮਾਲ, ਹੈ ਨਾ, ਮਤਲਬ ਜਿੱਦਾਂ ਡੈਫੀਸ਼ੀਐਂਸੀ ਲਈ ਰਹਿੰਦੇ ਨੇ, ਸਮਾਲ ਟਾਈਮ ਲਈ ਰਹਿੰਦੇ ਨੇ। ਦੀਜ਼ ਆਰ ਬੇਸਿਕਲੀ ਨੋਨ ਐਜ਼ ਅਲਪਕਾਲੀਨ ਰੋਗ। ਜਿਹੜੇ ਰੋਗ ਲੰਬੇ ਸਮੇਂ ਲਈ ਰਹਿੰਦੇ ਨੇ ਉਹਨਾਂ ਨੂੰ ਆਪਾਂ ਕਹਿੰਦੇ ਦੀਰਘਕਾਲੀਨ ਰੋਗ। ਜਿੱਦਾਂ ਕਿ ਆਪਾਂ ਕਹਿੰਦੇ ਨੇ ਹਾਥੀ ਪਰ, ਐਲੀਫੈਂਟਿਸ, ਅਸਥਮਾ, TB, ਇਹ ਲੰਬੇ ਲਈ ਇਸ ਲਈ ਇਹਨਾਂ ਨੂੰ ਕਹਿ ਦਿੰਦੇ ਜੀ ਆਪਾਂ ਦੀਰਘਕਾਲੀਨ ਰੋਗ। ਠੀਕ ਹੈ ਜੀ, ਤੇ ਉਸ ਤੋਂ ਬਾਅਦ ਕੁਝ ਰੋਗ ਬਹੁਤ ਥੋੜੀ ਦੇਰ ਰਹਿੰਦੇ ਆ, ਉਹਨੂੰ ਕਹਿੰਦੇ ਅਲਪਕਾਲੀਨ ਰੋਗ। ਲੰਬੇ ਸਮੇਂ ਤੱਕ ਸੰਤੁਲਿਤ ਭੋਜਨ ਨਾ ਖਾਣ ਕਾਰਨ ਕੁਪੋਸ਼ਣ ਹੋ ਸਕਦਾ ਹੈ। ਬੇਸਿਕਲੀ ਬੇਟਾ ਜੀ
कुपोषण ਨੂੰ ਆਪਾਂ ਕਹਿ ਦਿੰਦੇ ਆ ਮਾਲ ਨਿਊਟ੍ਰੀਸ਼ਨ। ਤੁਹਾਨੂੰ ਪਤਾ ਹੈ ਨਾ ਕਿ ਮਤਲਬ ਮਾਲ ਨਿਊਟ੍ਰੀਸ਼ਨ ਹੋ ਸਕਦਾ ਹੈ। ਅੱਛਾ ਜੀ, ਅਲਪਕਾਲੀਨ ਨੂੰ ਆਪਾਂ ਇੰਗਲਿਸ਼ 'ਚ ਕਹਿ ਦਿੰਦੇ ਆ ਇਕਿਊਟ ਡਿਸੀਜ਼ਸ। ਕੀ ਕਹਿ ਦਿੰਦੇ ਆ ਜੀ? ਇਕਿਊਟ ਡਿਸੀਜ਼ਸ। ਮੈਨੂੰ ਇਹ ਦੋਨੋਂ ਵੈਕੈਬਸ ਤੁਹਾਡੇ ਨਾਲ ਯੂਜ਼ ਕਰਾਂ ਤੇ ਦੀਰਘਕਾਲੀਨ ਨੂੰ ਆਪਾਂ ਕਹਿ ਦਿੰਦੇ ਆ ਕ੍ਰੋਨਿਕ ਡਿਸੀਜ਼ਸ। ਠੀਕ ਹੈ, ਇੱਕ ਗੱਲ ਮੈਂ ਤੁਹਾਨੂੰ ਇੱਥੇ ਹੋਰ ਦੱਸਣਾ ਚਾਹੁੰਦੀ ਹਾਂ ਡੀਅਰ ਸਟੂਡੈਂਟਸ ਕਿ ਕਈ ਵਾਰੀ ਨਾ NTSC ਦੇ ਪੇਪਰ 'ਚ ਕੁਐਸਚਨ ਆ ਜਾਂਦਾ ਕਿ ਜਿੱਦਾਂ ਹਾਥੀ ਪੈਰ ਕਿਸ ਤਰ੍ਹਾਂ ਦੀ ਬਿਮਾਰੀ ਹੈ, ਕ੍ਰੋਨਿਕ ਡਿਸੀਜ਼, ਇਕਿਊਟ ਡਿਸੀਜ਼ ਕਿ ਮਾਲ ਨਿਊਟ੍ਰੀਸ਼ਨ ਜਾਂ ਕੁਝ ਵੀ, ਛੂਤ ਰੋਗ ਜਿਹਨੂੰ ਆਪਾਂ ਕਹਿ ਦਿੰਦੇ ਕਮਿਊਨੀਕੇਬਲ ਡਿਸੀਜ਼ ਔਰ ਅਛੂਤ ਰੋਗ। ਤਾਂ ਫਿਰ ਉੱਥੇ ਤੁਸੀਂ ਟਿਕ ਕਰ ਸਕਦੇ ਹੋ ਜੇ ਤੁਹਾਨੂੰ ਹਾਥੀ ਪੈਰ, ਅਸਥਮਾ, TB ਵਰਗੀਆਂ ਬਿਮਾਰੀਆਂ ਬਾਰੇ ਪਤਾ ਹੋਵੇ। ਅੱਗੇ ਤੁਹਾਡੇ ਨਾਲ ਗੱਲ ਕਰਾਂਗੀ ਛੂਤ ਰੋਗ ਦੀ। ਛੂਤ ਰੋਗ ਕੀ ਹੁੰਦਾ ਜੀ? ਸੂਖਮ ਜੀਵੀ ਦੇ ਕਰਕੇ ਹੁੰਦਾ ਹੈ ਜਿਹਨੂੰ ਆਪਾਂ ਕਹਿੰਦੇ ਕਮਿਊਨੀਕੇਬਲ। ਬੇਸਿਕਲੀ ਇਹਦੇ ਵਿੱਚ ਜਿਹੜੀਆਂ ਆਉਂਦੀਆਂ ਉਹ ਆਉਂਦੀਆਂ ਇਨਫੈਕਸ਼ਨਸ, ਹੈ ਨਾ, ਕੋਈ ਵੀ ਹੁਣ ਜੀ, ਹੈ ਨਾ। ਠੀਕ ਹੈ, ਅੱਗੇ ਆਪਾਂ ਗੱਲ ਕਰਾਂਗੇ ਜਿਨ੍ਹਾਂ ਰੋਗਾਂ ਦੇ ਕਾਰਨ ਅੰਦਰੂਨੀ ਹੁੰਦੇ ਨੇ ਉਹ ਅਛੂਤ ਦੇ ਰੋਗ ਹੈ, ਜਿਵੇਂ ਕਿ ਲਹੂ ਦਾ ਉੱਚ ਦਬਾਅ, ਕਿ BP ਵਰਗੀ ਪ੍ਰੋਬਲਮਸ ਹੈ ਜਿਹੜੀਆਂ ਸਾਡੀਆਂ ਹੈਗੀਆਂ ਉਹ ਨੋਨ ਕਮਿਊਨੀਕੇਬਲ ਹੈ ਤੇ ਨੋਨ ਇਨਫੈਕਸ਼ੀਅਸ ਹੈ। ਠੀਕ ਹੈ ਜੀ, ਨੋਨ ਇਨਫੈਕਸ਼ੀਅਸ ਹੈ। ਠੀਕ ਹੈ, ਜੇ ਕਿਸੇ ਇੱਕ ਨੂੰ BP ਹੈ ਤਾਂ ਉਹਨੂੰ ਟੱਚ ਕਰਨ ਨਾਲ ਜਿਹੜਾ ਹੈ ਦੂਜੇ ਨੂੰ BP ਨਹੀਂ ਹੋ ਜਾਏਗਾ। ਬਿਮਾਰੀ ਫੈਲਾਉਣ ਵਾਲੇ ਕੁਝ ਕਾਰਨ ਹਨ ਵਿਸ਼ਾਣੂ, ਜਿਹੜਾ ਕਿ ਜਿਹਨੇ ਸਾਨੂੰ ਅੱਜ ਬਹੁਤ ਤੰਗ ਕੀਤਾ ਹੋਇਆ ਹੈ, ਜਿਹਦੇ ਕਰਕੇ ਜਿਹੜੀ ਸਾਡੀ ਲਾਈਫ ਔਰ ਟਰੈਕ ਤੋਂ ਉਤਰੀ ਹੋਈ ਹੈ। ਬੈਕਟੀਰੀਆ, ਊਲੀਆਂ ਅਤੇ ਇੱਕ ਸੈਲੀ ਜੀਵ ਭਾਵ ਪ੍ਰੋਟੋਜ਼ੋਆ, ਦੀਜ਼ ਆਲ ਆਰ ਲਾਈਕ, ਮਤਲਬ ਇਹ ਜਿਹੜੇ ਬਿਮਾਰੀ ਫੈਲਾਉਣ ਵਾਲੇ ਹਨ। ਠੀਕ ਹੈ, ਕੁਝ ਬਿਮਾਰੀਆਂ ਬਹੁਸੈਲੀ ਜੀਵ ਜਿਵੇਂ ਕਿ ਕਿਰਮ ਦੁਆਰਾ ਫੈਲਾਈ ਜਾਂਦੀਆਂ ਹਨ, ਕਿ ਮਲਟੀ ਸੈਲੂਲਰ ਆਰਗੈਨਿਜ਼ਮ ਸਚ ਐਜ਼ ਵਰਮਸ ਦੇ ਦੁਆਰਾ ਜਿਹੜੀ ਹੈ ਉਹ ਫੈਲਾਈਆਂ ਜਾਂਦੀਆਂ ਨੇ। ਹੁਣ ਵਿਸ਼ਾਣੂਆਂ ਦੁਆਰਾ ਕੀ ਫੈਲਦਾ ਬੇਟਾ ਜੀ? ਇਹ 'ਚ ਇੱਕ ਹੁਣ ਹੋਰ ਵੀ ਹੋ ਗਿਆ ਜੀ, ਵਿਸ਼ਾਣੂਆਂ ਦੁਆਰਾ ਯਾਨੀ ਵਾਇਰਸ ਦੁਆਰਾ ਸਾਡੇ ਕੋਲ ਕੀ ਫੈਲਦਾ ਜੀ? ਕਾਮਨ ਕੋਲਡ, ਸਭ ਤੋਂ ਵੱਡੀ ਗੱਲ, ਖਾਂਸੀ, ਜ਼ੁਕਾਮ, ਇਨਫਲੂਐਂਜ਼ਾ, ਡੇਂਗੂ ਬੁਖਾਰ ਅਤੇ ਏਡਜ਼ ਬਿਮਾਰੀਆਂ ਹੁੰਦੀਆਂ ਨੇ। ਜੀਵਾਣੂ ਦੁਆਰਾ ਸਾਡੇ ਕੋਲ ਕੀ ਫੈਲਦਾ ਜੀ? ਜੇ ਮੈਂ ਕਹਾਂ ਤੇ ਜੀਵਾਣੂ ਦੁਆਰਾ ਸਾਡੇ ਕੋਲ ਫੈਲਦਾ ਜੀ ਟਾਈਫਾਈਡ, ਹੈਜ਼ਾ, TB, ਐਂਥਰੈਕਸ। ਠੀਕ ਹੈ ਜੀ, ਇਹ ਕਿਹਦੀਆਂ? ਇਹ ਬੇਸਿਕਲੀ ਜਿਹੜੀਆਂ ਹੈ ਜੀਵਾਣੂ ਦੁਆਰਾ ਫੈਲਦੀਆਂ ਨੇ। ਠੀਕ ਹੈ ਜੀ, ਅੱਗੇ ਮੈਂ ਗੱਲ ਕਰਾਂਗੀ ਤੁਹਾਡੀ ਊਲੀਆਂ ਦੁਆਰਾ ਕੀ ਫੈਲਦੀਆਂ। ਬਹੁਤ ਸਾਰੇ ਚਮੜੀ ਰੋਗ ਊਲੀਆਂ ਕਾਰਨ ਫੈਲਦੇ ਨੇ। ਪ੍ਰੋਟੋਜ਼ੋਆ ਦੁਆਰਾ ਕੀ ਫੈਲਦਾ ਜੀ? ਮਲੇਰੀਆ ਅਤੇ ਕਾਲਾ ਅਜ਼ਹਰ। ਠੀਕ ਹੈ, ਇਹ ਜਿਹੜੇ ਹੈ ਪ੍ਰੋਟੋਜ਼ੋਆ ਦੁਆਰਾ ਫੈਲਦੇ ਨੇ। ਬੇਟਾ ਜੀ ਅੱਗੇ ਇੱਕ ਮੈਂ ਤੁਹਾਡੇ ਨਾਲ ਹੋਰ ਡਿਸਕਸ ਕਰਨਾ ਚਾਹੁੰਦੀ ਹਾਂ ਪੈਨਸਿਲਿਨ ਬਾਰੇ। ਜਦੋਂ ਪੇਪਰ 'ਚ ਕੁਐਸਚਨ ਆਉਂਦਾ ਨਾ ਤੇ ਉਹ ਇਹੀ ਪੁੱਛਦੇ ਨੇ ਕਿ ਜਿਹੜਾ ਪੈਨਸਿਲਿਨ ਕਿਸ ਤਰ੍ਹਾਂ ਦੀ ਜਿਹੜੀ ਹੈ ਉਹ ਦਵਾਈ ਹੈ। ਤਾਂ ਬੇਟਾ ਜੀ ਪੈਨਸਿਲਿਨ ਇੱਕ ਪ੍ਰਤੀ ਜੈਵਿਕ ਦਵਾਈ ਹੈ, ਐਂਟੀਬਾਇਓਟਿਕ ਦਵਾਈ ਹੈ। ਪੈਨਸਿਲਿਨ ਜੀਵਾਣੂ ਦੀ ਸੈੱਲ ਭਿੱਤੀ ਬਣਾਉਣ ਦੀ ਪ੍ਰਕਿਰਿਆ ਨੂੰ ਰੋਕ ਦਿੰਦੀ ਹੈ। ਸਿੱਟੇ ਵਜੋਂ ਵਧੇ ਹੋਏ ਜੀਵਾਣੂ ਸੈੱਲ ਭਿੱਤੀ ਨਹੀਂ ਬਣਾ ਸਕਦੇ ਅਤੇ ਆਸਾਨੀ ਨਾਲ ਮਰ ਜਾਂਦੇ ਨੇ। ਜਿਹੜੇ ਪੈਨਸਿਲਿਨ ਦੇ ਹੈ ਉਹ ਜਿਹੜੀ ਵਾਇਰਲ ਇਨਫੈਕਸ਼ਨ ਹੈ ਉਹਨੂੰ ਜਿਹੜੇ ਹੈ ਰੋਕ ਦਿੰਦੀ ਨੇ। ਠੀਕ ਹੈ ਜੀ, ਔਰ ਬੇਸਿਕਲੀ ਮਨੁੱਖ ਦੇ ਸੈੱਲ ਭਿੱਤੀ ਨਹੀਂ ਬਣਦੇ ਅਤੇ ਪੈਨਸਿਲਿਨ ਦਾ ਸਾਡੇ ਤੇ ਕੋਈ ਪ੍ਰਭਾਵ ਨਹੀਂ ਪੈਂਦਾ। ਪ੍ਰਤੀ ਜੈਵਿਕ ਦਵਾਈਆਂ ਵਿਸ਼ਾਣੂਆਂ ਤੇ ਕੋਈ ਅਸਰ ਨਹੀਂ ਕਰਦੀਆਂ। ਜਿਹੜੀਆਂ ਐਂਟੀਬਾਇਓਟਿਕ ਦਵਾਈਆਂ ਵਿਸ਼ਾਣੂਆਂ ਤੇ ਕੋਈ ਅਸਰ ਜਿਹੜੀਆਂ ਹੈ ਬੇਸਿਕਲੀ ਉਹ ਪੈਨਸਿਲਿਨ ਇਜ਼ ਨਾਟ ਵਰਕ ਅਗੇਂਸਟ ਵਾਇਰਲ, ਜੇ ਤੁਸੀਂ ਕਹੋ ਵਾਇਰਲ ਇਨਫੈਕਸ਼ਨ ਦੇ ਅਗੇਂਸਟ ਵਰਕ ਨਹੀਂ ਕਰਦੀਆਂ। ਠੀਕ ਹੈ ਜੀ, ਚਲੋ ਜੀ ਅੱਗੇ ਆਪਾਂ ਗੱਲ ਕਰਦੇ ਹਾਂ। ਇੱਕ ਬਹੁਤ ਹੀ ਅੱਛਾ ਡਾਇਗਰਾਮੈਟਿਕਲੀ ਇੱਥੇ ਤੁਹਾਨੂੰ ਦਿੱਤਾ ਹੈ। ਹਵਾ ਦੁਆਰਾ ਫੈਲਣ ਵਾਲੇ ਰੋਗ ਦੀ ਉਦਾਹਰਣ ਹਨ ਖਾਂਸੀ, ਜ਼ੁਕਾਮ, ਨਿਮੋਨੀਆ ਅਤੇ TB। ਠੀਕ ਹੈ ਜੀ, ਬੇਸਿਕਲੀ ਨਿਮੋਨੀਆ ਹੈ ਤੇ ਹੋਰ ਕੀ ਹੈ ਜੀ? ਟਿਊਬਰਕਲੋਸਿਸ ਹੈ ਤੇ ਖਾਂਸੀ ਹੈ, ਕਾਮਨ ਕੋਲਡ ਹੈ। ਠੀਕ ਹੈ ਜੀ, ਹੁਣ ਆਹ ਦੇਖੋ ਜਿੱਦਾਂ ਹੁਣ ਕੋਈ ਬੰਦਾ ਖਾਂਸੀ ਕਰ ਰਿਹਾ ਤੇ ਉਹਦੇ ਸਮਾਲ ਡ੍ਰੌਪਲੇਟਸ ਜਿਹੜੇ ਇਵੈਪੋਰੇਟ ਹੋ ਜਾਣਗੇ ਥਰੂ ਨਿਊਕਲੀਅਰ ਇਨ ਦਿਸ ਜ਼ੋਨ। ਠੀਕ ਹੈ ਜੀ, ਹੁਣ ਡ੍ਰੌਪਲੇਟ ਨਿਊਕਲੀਅਰ ਕੈਰੀਡ ਇਨ ਦਾ ਏਅਰ ਕਰੰਟ ਫॉर अ ਮਿੰਟਸ ਔਰ ਫॉर ਆਵਰਸ। ਠੀਕ ਹੈ, ਜਾਂ ਫਿਰ ਉਹ ਨੀਚੇ ਵੀ ਗਿਰਨਗੇ। ਠੀਕ ਹੈ, ਜਿਹੜੇ ਲਾਰਜੈਸਟ ਡ੍ਰੌਪ ਹੈ ਉਹ ਸੈਟਲ ਡਾਊਨ ਹੋ ਜਾਣਗੇ। ਔਰ ਇੱਦਾਂ ਇਹ ਤੁਹਾਨੂੰ ਤਰੀਕਾ ਦੱਸਿਆ ਕਿ ਹਾਊ ਡਿਜ਼ੀਜ਼ਿਜ਼ ਟਰਾਂਸਮਿਟ ਔਰ ਹਾਊ ਏਅਰ ਟਰਾਂਸਮਿਟ ਡਿਜ਼ੀਜ਼ਿਜ਼ ਆਰ ਈਜ਼ੀਅਰ ਟੂ ਕੈਚ ਦਾ ਕਲੋਜ਼ਰ। ਔਰ ਤਾਂ ਹੀ ਆਪਾਂ ਕਹਿੰਦੇ ਜਦੋਂ ਵੀ ਖਾਂਸੀ ਕਰੋ ਮੂੰਹ ਤੇ ਹੱਥ ਰੱਖੋ। ਠੀਕ ਹੈ, ਹਾਊਵਰ ਇਨ ਦਾ ਕਲੋਜ਼ਡ ਏਰੀਆਜ਼ ਦਾ ਡ੍ਰੌਪਲੇਟ ਨਿਊਕਲੀਆਈ ਰੀਸਰਕੂਲੇਟ ਐਂਡ ਪੋਜ਼ ਅ ਰਿਸਕ ਟੂ ਐਵਰੀਬਡੀ। ਸੋ ਇਸ ਲਈ ਆਪਾਂ ਕਰੋਨਾ ਵਾਇਰਸ 'ਚ ਕੀ ਕਹਿ ਰਹੇ ਹਾਂ ਜੀ? ਕੀ ਕਹਿ ਰਹੇ ਹਾਂ ਤੁਹਾਨੂੰ? ਮਤਲਬ ਡਿਸਟੈਂਸ ਰੱਖੋ ਇੱਕ ਦੂਜੇ ਤੋਂ, ਹੈਂਡ ਬਾਰ-ਬਾਰ ਧੋ, ਬਿਕੋਜ਼ ਇਟ ਇਜ਼ ਕਮਿਊਨੀਕੇਬਲ ਡਿਸੀਜ਼, ਇੱਕ ਤੋਂ ਦੂਜੇ ਨੂੰ ਹੋ ਰਹੀ ਹੈ। ਠੀਕ ਹੈ ਜੀ, ਸੋ ਇਟ ਇਜ਼ ਵੈਰੀ ਇੰਪੋਰਟੈਂਟ। ਠੀਕ ਹੈ, ਅੱਗੇ ਹੈਜ਼ਾ ਰੋਗ ਦੀ ਅੱਗੇ ਗੱਲ ਕਰਦੇ ਹਾਂ। ਬੇਸਿਕਲੀ ਹੈਜ਼ਾ ਰੋਗ ਨੂੰ ਆਪਾਂ ਕੋਲਰਾ ਕਹਿੰਦੇ ਹਾਂ ਜੀ। ਹੈਜ਼ਾ ਰੋਗ ਜਿਹੜਾ ਹੈ ਉਹ ਪਾਣੀ ਦੇ ਦੁਆਰਾ ਫੈਲ ਸਕਦਾ ਹੈ ਜਿਹਨੂੰ ਆਪਾਂ ਕਹਿੰਦੇ ਕੋਲਰਾ। ਠੀਕ ਹੈ ਜੀ, ਉਸ ਤੋਂ ਬਾਅਦ ਸਾਈਫਿਲਿਸ ਅਤੇ ਏਡਸ ਦੇ ਰੋਗਾਣੂ ਜਿਹੜੇ ਹਨ ਉਹ ਲਿੰਗੀ ਸੰਬੰਧਾਂ ਸਮੇਂ ਇੱਕ ਸਾਥੀ ਤੋਂ ਦੂਜੇ ਸਾਥੀ ਤੱਕ ਫੈਲਦੇ ਹਨ।
ठीक है जी। एड्स इज ट्रांसमिटेड है ना, जो बाई चांस कोई रिलेशन बनता है तो फिजिकल कॉन्टैक्ट सैक्चुअल कंसेंट के नाल फैलते हैं। एड्स की बीमारी जी है खून एड्स रोगी नूं चढ़ाउण नाल भी फैलता है, कि आप कहने कि जे तुसीं इन्फैक्टेड पेशेंट का ब्लड जिहड़ा है दूजे पेशेंट नूं चढ़ा दिता तो उहदे करके भी जिहड़ा एड्स है फैल जाता है। जिहड़े कारक रोगां नूं एक व्यक्ति तो दूजे व्यक्ति तक पहुँचाते हैं रोग वाहक कहते हैं मच्छर जानवर हवा पानी ये सारे विच आते हैं। ठीक है जी। बहुत ही खतरनाक रोग मच्छरों नाल फैलदा दैट इज़ डेंगू हवा ते पानी आदि। ठीक है। हुण देखो जी आपां किद्दां फैलदे हैं जी, निजी संपर्क करके यानी कि डायरैक्ट कॉन्टैक्ट करके। जे तुसीं डायरैक्ट कॉन्टैक्ट करोगे बाय हत्थ ना या फिर देयर इज एड्स फैलदा सैक्चुअल कॉन्टैक्ट ना हवा द्वारा फैलदे है। आ देखो रोगी व्यक्ति तो किद्दां एक सेहतमंद व्यक्ति तक रोग फैलदे। एक बहुत ही अच्छे चार्ट ना तुहाडे नाल डिस्कशन कीती है जी। रोगी व्यक्ति तो सेहतमंद व्यक्ति तक निजी संपर्क ना फैलदे हैं जिन्होंने आपां डायरैक्ट कॉन्टैक्ट करते हैं, हवा द्वारा फैलते हैं एयर दे नाल। ठीक है ना, बाय एयर दे नाल। ठीक है। सीधे संपर्क दे नाल कि जे तुसीं इनडायरैक्ट कॉन्टैक्ट करना है, ठीक है जी, इनडायरैक्ट कॉन्टैक्ट करना है। ठीक है। और बाय भोजन दे नाल दैट इज बाय फूड दे नाल। ठीक है। दिस इज मॉस्किटो ते इंसैक्ट दे नाल। ठीक है जी। अगे हैगा रैबिड एनीमल्स दे नाल कि कोई रैबिज है हल्किया जिहड़ा है कोई भी पशु है पीड़ित पशु है उस तो फैल सकता है एक सेहतमंद व्यक्ति नूं। ठीक है ना बेटा जी। ये है लाग वाले रोग जिन्होंने बेसिकली आप कह दें कि कॉमन मैथड ऑफ ट्रांसमिशन ऑफ डिसीजेस कितना एक दूजे तो जिहड़ियां है तक ट्रांसमिट होंदियां ने डिजीज़। ठीक है जी। अगे मैं तुहाडे नाल गल करना चाहनी हाँ कि विषाणु द्वारा फैलन वाली बीमारियां के लक्षण कि जेकर फेफड़ियां ते हमला होंदा है तो तुहानूं खांसी जुकाम हो जाता है। बेसिकली इफ अटैक ऑन लंग्स तो तुहानूं खांसी जुकाम हो जाता है ਜਾਂ तुहानूं साह फुੱਲਣ ਲੱਗ ਪੈਂਦਾ है। जेकर जिगर ते हमला होंदा है तो पीलिया हो जाता है जिन्हों आपां जॉन्डिस कहने हैं। ठीक है। तो जेकर दिमाग ते हमला होंदा है तो फिर हैडेक हो जाती है वॉमिटिंग हो जाती है फिट्स हो जाते हैं जी चक्कर आन लग पैंदे तुहानूं अनकॉन्शियसनैस हो जाती बेहोशी हो जाती है। ठीक है। रोगाणुओं के नवे सैलों के बनन नूं संयोज किरिया कहते हैं। बेसिकली फॉर्मेशन ऑफ न्यू सैल्स ऑफ माइक्रो कॉजेज इन्फ्लामेशन। ठीक है जी। ठीक है। अगे जी लास्ट गल आप करांगे तुहाडे नाल वो आप ये करना चाहते कि कुछ बीमारियों की रोकथाम लिए सानू इंजैक्शन लगाए जाते हैं टीके लगाए जाते हैं जिसनों बेसिकली आप की कह दें जी इन्होंने आप कहते हैं टैटनस डिपीरिया और वी कैन से खाली खांसी इन्हों के टीके चेचक दे पोलियो दे। ठीक है ना। बेसिकली टैटनस वूपिंग या कफ या मीजल या पोलियो इन्हों के सानू इंजैक्शनस भी लगाए जाते हैं। बेटा जी दिस इज़ द शॉर्ट रिवीजन ऑफ योर चैप्टर वाई डू वी फॉल इल। ठीक है जी। और ये बारे मैं तुहानूं बड़ा कुछ अज तुहानूं क्लीयर किया है कि किद्दां रोग जिहड़े है फैलते हैं। ईजी है चैप्टर 5F सानूं की करना चाहिए है मतलब बेसिकली एक्यूट डिसीज़ किहड़ियां होंदियां क्रोनिक किहड़ियां होंदियां ने कम्यूनिकेबल किहड़ियां होंदियां ने किहड़े वेज दे नाल फैलदियां ने। तो उम्मीद है कि तुहानूं ये असाइनमेंट समझ आई होएगी तो आपां डिस्कस करांगे ते MCQs। ठीक है जी। अगले लैक्चर च टिल दैन मैं अनुप्रीत अरोड़ा। ठीक है जी। बहुत बहुत तुहानूं ऑल द बेस्ट फॉर योर पेपर कि तुसी पूरे जोश के नाल अपने पेपर की तैयारी करो। टिल दैन गुड बाय मिलते हैं अगले लैक्चर च।